ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਭਾਈ ਖੇਲ ਆਪ ਸਭ ਦੀ ਚੜ੍ਹਦੀ ਕਲਾ ਦੀ ਆਸ ਅਤੇ ਅਰਦਾਸ ਨਾਲ ਇਸ ਵੀਡੀਓ ਦੇ ਵਿੱਚ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖਾਂ ਦੇ ਸ਼ਸਤਰਧਾਰੀ ਹੋਣ ਅਤੇ ਸਿੱਖ ਰਾਜ ਸੰਕਲਪ ਨੂੰ ਲੈ ਕੇ ਸਿੱਖੀ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਤੱਥਾਂ ਤੇ ਚਰਚਾ ਕਰਾਂਗਾ। ਤੁਸੀਂ ਆਪਣੇ ਵਿਚਾਰ ਵੀ ਦਿਓਗੇ। बने रहो साडे नाल। अमृतपाल बार बार कहता है कि कैसे सिख स्क्रिप्चर्स वायलेंस को एडवोकेट करते हैं। अमृतपाल कहता है कि लोगों को शस्त्रधारी होना चाहिए। जो आपके पास जो हथियारधारी लोग हैं वो सेल्फ डिफेंस के लिए हैं। हमेशा ही होते हैं। चलिए ठीक है। एक बार फिर से ये बात उन लोगों को बड़ी कन्विंसिंग लगेगी जिनको इसके बारे में ज्यादा जानकारी नहीं, लेकिन बार बार अमृतपाल इस चीज का एग्जाम्पल देता है कि कैसे सिख गुरुओं ने हथियार उठाए थे फाइट करने के लिए। लेकिन पहली बात तो जैसा मैंने बताया, हम उस जमाने में नहीं जी रहे हैं। और दूसरी बात, अगर आप इतिहास देखो, सिख गुरुओं का इतिहास देखो, तो आपको कहीं पर भी ऐसा एग्जाम्पल नहीं मिलेगा जहां पर किसी गुरु ने लड़ाई करी हो अपना नया देश बनाने के लिए। उनकी खालिस्तान की डिमांड उठाना रिलीजियस नेशनलिज्म या एथनिक नेशनलिज्म की कैटेगरी में आता है। ये आइडिया अपने आप में ही काफी टॉक्सिक है, लेकिन इसके अलावा ये काफी स्टूपिड आइडिया भी है। एक ऐसा सिख नेशनलिस्ट मत बनो जो खालिस्तान की डिमांड कर रहा हो, एक नेशनलिस्ट सिख बनो। पंजाब ਦੀਆਂ ਤਾਜ਼ਾ ਘਟਨਾਵਾਂ ਨੂੰ ਲੈ ਕੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਖਾਲਿਸਤਾਨ ਦੇ ਮੁੱਦੇ ਤੇ ਇੱਕ ਵੀਡੀਓ ਬਣਾਈ ਹੈ। ਇਹਨਾਂ ਦੋਵੇਂ ਮੁੱਦਿਆਂ ਤੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹਨ। ਕੋਈ ਉਸ ਦੇ ਵਿਚਾਰਾਂ ਨਾਲ ਸਹਿਮਤ ਹੁੰਦਾ ਹੈ ਜਾਂ ਨਹੀਂ, ਇਹ ਵੱਖਰਾ ਵਿਸ਼ਾ ਹੈ, ਪਰ ਜੋ ਤਰਕ ਉਸਨੇ ਸਿੱਖ ਸਿਧਾਂਤ ਅਤੇ ਗੁਰੂ ਪਰੰਪਰਾਵਾਂ ਨੂੰ ਲੈ ਕੇ ਰੱਖੇ ਹਨ ਉਹ ਜ਼ਰੂਰ ਨਜ਼ਰਸ਼ਾਨੀ ਮੰਗਦੇ ਹਨ। ਆਪਣੀ ਤਕਰੀਰ ਵਿੱਚ ਉਸਨੇ ਸਿੱਖ ਸਿਧਾਂਤਾਂ ਅਤੇ ਸਿੱਖ ਪਰੰਪਰਾਵਾਂ ਨੂੰ ਸਿੱਖ ਨੁਕਤਾਏ ਨਜ਼ਰ ਤੋਂ ਪੇਸ਼ ਕਰਨ ਦੀ ਬਜਾਏ ਆਪਣੀ ਸੁਵਿਧਾ ਅਤੇ ਮਤਲਬ ਦੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਸ ਦੇ ਲਈ ਉਹੀ ਠੀਕ ਹੈ ਜੋ ਉਸ ਨੂੰ ਸਹੀ ਲੱਗ ਰਿਹਾ ਹੈ, ਬਾਕੀ ਨਹੀਂ। ਜਿਵੇਂ ਕਿ ਸਿੱਖਾਂ ਦੇ ਸ਼ਸਤਰਧਾਰੀ ਹੋਣ ਬਾਰੇ ਉਹ ਕਹਿੰਦਾ ਹੈ ਕਿ ਹੁਣ ਇਸ ਦੀ ਲੋੜ ਨਹੀਂ ਹੈ, ਅਬ ਹਮ ਉਸ ਜ਼ਮਾਨੇ में नहीं रह रहे। ਸੈਲਫ ਡਿਫੈਂਸ ਲਈ ਹਥਿਆਰ ਰੱਖਣ ਨੂੰ ਵੀ ਉਹ ਵਿਜੀਲੈਂਟਿਜ਼ਮ ਨਾਲ ਜੋੜ ਕੇ ਨਕਾਰ ਦਿੰਦਾ ਹੈ। ਸਿੱਖ ਰਾਜ ਦੇ ਸੰਕਲਪ ਨੂੰ ਉਹ ਸਿੱਖੀ ਤੋਂ ਉਲਟ ਦੱਸਦਾ ਹੈ। ਉਹ ਆਪਣੇ ਇਹਨਾਂ ਵਿਚਾਰਾਂ ਨੂੰ ਇਵੇਂ ਰੱਖਦਾ ਹੈ ਜਿਵੇਂ ਸਿੱਖੀ ਸਿਧਾਂਤ ਅਤੇ ਸਿੱਖ ਪਰੰਪਰਾਵਾਂ ਉਸੇ ਦੀ ਵਿਆਖਿਆ ਦੇ ਮੁਹਤਾਜ ਹਨ। ਜੇ ਉਹ ਨਹੀਂ ਦੱਸੇਗਾ ਤਾਂ ਸਿੱਖਾਂ ਨੂੰ ਸਮਝ ਹੀ ਨਹੀਂ ਆਏਗਾ ਕਿ ਉਹ ਸਹੀ ਹਨ ਜਾਂ ਗਲਤ। ਉਸ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖੀ ਸਿਧਾਂਤ ਅਤੇ ਪਰੰਪਰਾਵਾਂ ਵਕਤ ਦੀ ਕਸੌਟੀ ਤੇ ਪਰਖੇ ਹੋਏ ਆਜ਼ਮਾਏ ਹੋਏ ਅਟਲ ਸੱਚ ਹਨ, ਜਿਸ ਵਿੱਚ ਮਨੁੱਖ ਨੂੰ ਦੇਵਤੇ ਬਣਾ ਦੇਣ ਦੀ ਸਮਰੱਥਾ ਹੈ, ਸੁੱਤੀਆਂ ਰੂਹਾਂ ਨੂੰ ਜਗਾਉਣ ਵਾਲਾ ਜੋਸ਼ ਹੈ, ਤੁੱਛ ਲੋੜਾਂ ਵਿੱਚ ਫਸੇ ਹੋਏ ਮਨੁੱਖ ਨੂੰ ਪਰਉਪਕਾਰੀ ਬਣਾਉਣ ਵਾਲਾ ਕਿਰਦਾਰ ਹੈ, ਗੁਲਾਮ ਸੋਚ ਨੂੰ ਕ੍ਰਾਂਤੀਕਾਰੀ ਤੇਜ ਨਾਲ ਭਰ ਦੇਣ ਦਾ ਕਮਾਲ ਹੈ, ਸਦੀਆਂ ਤੋਂ ਦਬੀਆਂ ਕੁਚਲੀਆਂ ਜਾਤਾਂ ਨੂੰ ਮਹਾਨ ਯੋਧੇ ਜਰਨੈਲ ਬਣਾਉਣ ਦੀ ਸਮਰੱਥਾ ਹੈ, ਜੰਗਲਾਂ ਵਿੱਚ ਭਟਕਦਿਆਂ ਨੂੰ ਪਾਤਸ਼ਾਹੀਆਂ ਦਿਵਾਉਣ ਦੀ ਪਾਵਰ ਹੈ। ਇਹ ਗੁਰੂ ਸਾਹਿਬ ਵੇਲੇ ਵੀ ਸੱਚ ਸੀ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਵਕਤ ਵਿੱਚ ਵੀ ਸੱਚ ਹੀ ਰਹੇਗਾ। ਇਸ ਬਾਰੇ ਇਹ ਕਹਿਣਾ ਕਿ ਫਲਾਣੀ ਗੱਲ ਤਾਂ ਠੀਕ ਹੈ ਪਰ ਫਲਾਣੀ ਮੌਜੂਦਾ ਵਕਤ ਵਿੱਚ ਠੀਕ ਨਹੀਂ, ਇਹ ਸੀਮਿਤ ਸੋਚ ਦਾ ਹੀ ਪ੍ਰਗਟਾਵਾ ਹੈ, ਸਵਾਰਥੀ ਵਿਚਾਰਧਾਰਾ ਹੈ। ਇਸ ਚੌਕਟੇ ਤੋਂ ਤੱਥਾਂ ਨੂੰ ਫਿੱਟ ਕਰਕੇ ਸਹੀ ਜਾਂ ਗਲਤ ਦਾ ਨਿਰਣੇ ਦੇਣਾ ਸਿਆਣਪ ਨਹੀਂ ਕਹੀ ਜਾ ਸਕਦੀ। ਸਿੱਖਾਂ ਦੇ ਸ਼ਸਤਰਧਾਰੀ ਹੋਣ ਬਾਰੇ ਧਰੁਵ ਰਾਠੀ ਦਾ ਕਹਿਣਾ ਹੈ, सिख गुरुओं ने हथियार रखे थे, इसका मतलब ये नहीं कि हम आज भी रखें, हम उस जमाने में अब नहीं रह रहे। इस नाल तां धरुव राठी ਦਾ ਬੌਧਿਕ ਪਿਛੜਾਪਨ ਹੀ ਸਾਬਤ ਹੁੰਦਾ ਹੈ। ਤੁਸੀਂ ਹੀ ਦੱਸੋ ਕਿ ਹਿਊਮਨ ਵੀਪਨ ਰਿਲੇਸ਼ਨਸ਼ਿਪ ਨੂੰ ਖਤਮ ਕੀਤਾ ਜਾ ਸਕਦਾ ਹੈ? ਕਿ ਆਧੁਨਿਕ ਸਭਿਅਤਾ ਵਿੱਚ ਹਥਿਆਰਾਂ ਦੀ ਲੋੜ ਘਟੀ ਹੈ? ਨਹੀਂ। ਸੱਚ ਤਾਂ ਇਹ ਹੈ ਕਿ ਮਨੁੱਖੀ ਵਿਕਾਸ ਦੇ ਨਾਲ-ਨਾਲ ਹਥਿਆਰ ਹੋਰ ਵੀ ਮਜ਼ਬੂਤ ਅਤੇ ਹਾਈਟੈਕ ਹੋਏ ਹਨ। ਫਿਰ ਕਿਸ ਜ਼ਮਾਨੇ ਦਾ ਵਾਸਤਾ ਪਾ ਕੇ ਧਰੁਵ ਰਾਠੀ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਤੋਂ ਰੋਕਣਾ ਚਾਹੁੰਦਾ ਹੈ? ਜੇ ਸਟੇਟ ਹਥਿਆਰ ਰੱਖ ਸਕਦੀ ਹੈ ਤਾਂ ਜ਼ਿੰਮੇਦਾਰ ਵਿਅਕਤੀ ਕਿਉਂ ਨਹੀਂ? ਸਰਕਾਰਾਂ ਵੀ ਤਾਂ ਲੋਕਾਂ ਨੂੰ ਲਾਇਸੈਂਸ ਜਾਰੀ ਕਰਦੀਆਂ ਹਨ ਨਾ। ਉਂਝ ਵੀ ਇਤਿਹਾਸ ਵਿੱਚ
ਹਥਿਆਰਾਂ ਦਾ ਮਿਸਯੂਜ਼ ਕਰਨ ਵਾਲੇ ਵਿਅਕਤੀ ਘੱਟ ਲੇਕਿਨ ਸਰਕਾਰਾਂ ਜ਼ਿਆਦਾ ਹਨ। ਮਨੁੱਖੀ ਹੱਕਾਂ ਦਾ ਘਾਣ ਅਤੇ ਸਟੇਟ ਟੈਰਰਿਜ਼ਮ ਲਈ ਜ਼ਿੰਮੇਵਾਰ ਸਰਕਾਰਾਂ ਹੀ ਤਾਂ ਹਨ। ਨਰਸੰਹਾਰ ਸਰਕਾਰਾਂ ਦੀ ਮਦਦ ਨਾਲ ਹੀ ਹੁੰਦੇ ਹਨ। ਜੰਗਾਂ ਦੀ ਤਬਾਹੀ ਸਰਕਾਰਾਂ ਦੀ ਹੀ ਦੇਣ ਹੈ। ਫਿਰ ਵੀ ਜੇ ਸਰਕਾਰਾਂ ਤੇ ਹਥਿਆਰਾਂ ਦੀ ਪਾਬੰਦੀ ਲਾਉਣ ਦੀ ਗੱਲ ਕੋਈ ਨਹੀਂ ਕਰਨਾ ਚਾਹੁੰਦਾ ਤਾਂ ਆਮ ਲੋਕਾਂ ਤੇ ਜੇ ਦੇਸ਼ ਨੂੰ ਸਵੈ ਰੱਖਿਆ ਲਈ ਨਵੇਂ ਤੋਂ ਨਵੇਂ ਹਥਿਆਰ ਚਾਹੀਦੇ ਹਨ ਤਾਂ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਵੀ ਉਹੀ ਹੱਕ ਕਿਉਂ ਨਹੀਂ। ਧਰੁਵ ਰਾਠੀ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਵੀ ਰਿਹਾ ਹੈ। ਉਸ ਨੂੰ ਪਤਾ ਹੈ ਕਿ ਨੇਸ਼ਨ ਸਟੇਟ ਦੀ ਡੈਮੋਕ੍ਰੇਸੀ ਦੇ ਮੁਖੜੇ ਦੇ ਪਿੱਛੇ ਦੀ ਅਸਲੀਅਤ ਕੀ ਹੈ, ਜੋ ਲੋਕਾਂ ਨੂੰ ਨਿਹੱਥਾ ਕਰਕੇ ਭੇਡ ਬੱਕਰੀਆਂ ਬਣਾ ਕੇ ਰੱਖਦੀ ਹੈ। ਇਸ ਦੇ ਬਾਵਜੂਦ ਉਹ ਸਿੱਖਾਂ ਦੇ ਸਿਧਾਂਤਕ ਪੱਖ ਤੇ ਹਮਲਾ ਕਰਦਾ ਹੈ। ਉਹ ਸਿੱਖੀ ਦੇ ਸ਼ਸਤਰ ਸਿਧਾਂਤ ਤੇ ਹੀ ਮਨਮਾਨੀ ਟਿੱਪਣੀ ਨਹੀਂ ਕਰਦਾ, ਬਲਕਿ ਸਿੱਖਾਂ ਦੇ ਰਾਜ ਦੇ ਸੰਕਲਪ ਨੂੰ ਵੀ ਸਿੱਖੀ ਸਿਧਾਂਤਾਂ ਦੇ ਉਲਟ ਦੱਸਦਾ ਹੈ। ਪਰ ਕੀ ਉਸ ਨੂੰ ਨਹੀਂ ਪਤਾ ਕਿ ਦੇਸ਼ ਕੋਈ ਰਿਉੜੀਆਂ ਵਾਂਗ ਨਹੀਂ ਵੰਡੇ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਫ਼ਜ਼ यूनिवर्सल ट्रुथ ਹਨ। कोई किसी को राज न दे हैं, जो ले हैं निज बलते ले हैं। ਮੁਸਲਮਾਨਾਂ, ਯਹੂਦੀਆਂ, ਈਸਾਈਆਂ ਜਾਂ ਹਿੰਦੂਆਂ ਨੂੰ ਮੁਲਕ ਕਿਸੇ ਨੇ ਵੰਡੇ ਨਹੀਂ ਕਿ ਆ ਤੂੰ ਲੈ ਲੈ, ਆ ਤੂੰ ਰੱਖ ਲੈ। ਉਹ ਆਪਣੀ ਆਪਣੀ ਸ਼ਕਤੀ ਅਤੇ ਹਾਲਾਤਾਂ ਕਰਕੇ ਹਨ। ਹਾਲਾਤ ਬਦਲਣਗੇ, ਸ਼ਕਤੀਆਂ ਦਾ ਸੰਤੁਲਨ ਬਦਲੇਗਾ, ਦੇਸ਼ ਬਣਦੇ ਵਿਗੜਦੇ ਰਹਿਣਗੇ। ਜੋ ਕਦੇ ਮੁਲਕ ਸਨ ਅੱਜ ਨਹੀਂ ਹਨ, ਕੱਲ ਕੁਝ ਹੋਰ ਹੋਣਗੇ। ਇਸ ਲਈ ਕਿਸੇ ਵੀ ਰਾਜ ਦਾ ਕੋਈ ਵੀ ਆਈਡੀਆ ਸਟੂਪਿਡ ਨਹੀਂ ਹੁੰਦਾ। ਵਕਤ ਬਦਲਦਾ ਹੈ, ਹਾਲਾਤ ਬਦਲਦੇ ਹਨ, ਹਕੀਕਤਾਂ ਤਬਾਹ ਹੋ ਜਾਂਦੀਆਂ ਹਨ, ਆਈਡੀਆ ਸਾਕਾਰ ਹੁੰਦੇ ਹਨ, ਸੰਘਰਸ਼ ਕਾਮਯਾਬ ਹੁੰਦੇ ਹਨ। ਇਸ ਲਈ ਰਿਲੀਜੀਅਸ ਨੈਸ਼ਨਲਿਜ਼ਮ, ਸੈਕੂਲਰ ਨੈਸ਼ਨਲਿਜ਼ਮ ਜਾਂ ਇਨਕਲੂਸਿਵ ਨੈਸ਼ਨਲਿਜ਼ਮ ਤੇ ਬਹਿਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਵਕਤ ਵਿੱਚ ਕਿਹੜੀ ਵਿਚਾਰਧਾਰਾ ਕਿਸ ਖਿੱਤੇ ਤੇ ਰਾਜ ਕਰੇਗੀ। ਇਸੇ ਤਰ੍ਹਾਂ ਖਾਲਿਸਤਾਨ ਦੀ ਸਟਰਗਲ ਨੂੰ ਇਜ਼ਰਾਈਲ ਦੀ ਯਹੂਦੀਆਂ ਦੀ ਸਟਰਗਲ ਨਾਲ ਕੰਪੈਰੀਜ਼ਨ ਨੂੰ ਧਰੁਵ ਰਾਠੀ ਇਸ ਆਧਾਰ ਤੇ ਨਕਾਰਦਾ ਹੈ ਕਿ ਯਹੂਦੀਆਂ ਨੂੰ ਸਦੀਆਂ ਤੱਕ ਪਰਸਿਕਿਊਟ ਕੀਤਾ ਗਿਆ ਤਾਂ ਜਾ ਕੇ ਉਹਨਾਂ ਦਾ ਦੇਸ਼ ਬਣਿਆ। अमृतपाल सिंह खालिस्तान के स्ट्रगल को जायनिस्ट स्ट्रगल से कंपेयर करता है इजराइल के, जो कि एक बहुत ही गलत कंपैरिजन है। ज्यूज को सदियों से प्रोसिक्यूट किया गया था यूरोप में। वर्ल्ड वॉर 2 के समय में हिटलर के दौरान ये चीज अपने क्लाइमैक्स पर पहुंची थी जब ढेर सारे ज्यूज को मारा गया। तब जाकर उन्होंने कोई ऐसी जगह ढूंढी जहां पर वो चैन से पीसफुली जी सके। कि इस तरक के मायने यह कढ़े जान कि हुण तक जो सिखां दी परसिक्यूशन की गई है उस नाल तुसी रजे नहीं। रही गल सिख सिद्धांत की तो इत्थे ये स्पष्ट कर देना ज़रूरी है कि गुरु गोबिंद सिंह जी ने बिल्कुल स्पष्ट कर दिता है कि बिना शस्त्र अते बिना केस दे मनुख इस तरह है जिवें भेड़ां होंदियां हन, जिसनूं जिहड़ा मर्जी कन्नी फड़ के किधरे मर्जी लै जावे। गुरु बिलास पातशाही 10वीं विच भाई सुखा सिंह ने गुरु गोबिंद सिंह जी के हवाले नाल लिखिया है कि गुरु गोबिंद सिंह जी की सख्त हिदायत सी कि बिना शस्त्र अते केस दे कोई सिख मैनू मिलन भी ना आवे। बिना शस्त्र के संग नरंग भेड़ जानो, गहे कान ताको कितै लै सिधानो। यह मोर आज्ञा सुनो रे प्यारे, बिना तेग के संग दिवो न दिदारे। सिख गुरुआं ने शस्त्र रखे ही नहीं, शस्त्रधारी खालसा फौज भी तैयार की थी। अज भी ये खालसा फौज ही है कि खालसे का वजूद बिना शस्त्र के स्वीकारिया जा सकता है। जब गुरु साहिब ने खुद सारे मॉडर्न अस्त्र शस्त्र रखे तो अज दे खालसे वालों भी नवे तो नवे आधुनिक हथियार रखने सिक्खी तो उलट किवें हो सकते हैं। सैल्फ डिफेंस के आधार पर हथियार रखने नूं भी विजिलेंटिज्म नाल जोड़ के देखना भी एक कुतर्क है। सैल्फ डिफेंस और विजिलेंटिज्म का आपस में कोई संबंध है ही नहीं। जे सैल्फ डिफेंस विजिलेंटिज्म है तो भारत के सारे ही सियासतदान, मुख अहुदियां ते बैठे लोग जो XYZ सिक्योरिटियां के घेरे में रहंदे हन, वो क्यों हन? पंजाब विच आप सरकार ने सिक्योरिटियां खो के दोबारा क्यों बहाल कीतियां? इस तरह ये सारी दलीलां बेमतलब हन।
अमृतपाल यहाँ पर अमेरिका का एग्जाम्पल देता है। वो कहता है कि कैसे एक दिन उसने एक टेक्सास में रहने वाले आदमी से पूछा कि हथियार रखने की क्या जरूरत है जब पुलिस यहाँ पर आ जाएगी सुरक्षा के लिए। तो आदमी जवाब में कहता है कि पुलिस मुझे चोरों से तो बचा लेगी, लेकिन पुलिस से मुझे कौन बचाएगा। हथियार रख के क्या नहीं करना है? मैंने एक टेक्सास के आदमी से पूछा, वहां पे अमेंडमेंट 2 है ना। ये बात सुनने में अच्छी लगती है, लेकिन इस बात में कोई सेंस नहीं है। पुलिस रैंडमली एक इंसान को क्यों अटैक करेगी? पुलिस का काम लॉ एंड ऑर्डर मेंटेन करना होता है। कि उसनू नहीं पता कि पुलिस ने निर्दोष निहत्थे नौजवाना दा ही फेक इनकाउंटर किया है। निहत्थे एडवोकेट सरदार जसवंत सिंह खलड़ा जिन्हां झूठे पुलिस मुकाबलियां दा पर्दाफाश किया सी, उन्हां नू पुलिस इस तरह हजम कर गई कि अज तक लाश भी नहीं मिली। उंज भी पुलिस किन्नी मुस्तैद है ਇਹ ਸਭ ਨੂੰ ਪਤਾ ਹੈ। ਪੁਲਿਸ ਅਤੇ ਨਿਆਂ ਵਿਵਸਥਾ ਸਭ ਤੋਂ ਵਧੀਆ ਬਦਲ ਤਦ ਹੀ ਹਨ ਜੇ ਪੁਲਿਸ ਨੂੰ ਕੰਟਰੋਲ ਕਰਨ ਵਾਲਿਆਂ ਦੀ ਨੀਅਤ ਸਾਫ਼ ਹੋਵੇ। ਪੁਲਿਸ ਫੜੇ ਹੋਏ ਬੰਦੇ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਖਿਲਾਫ ਲਗਾਏ ਦੋਸ਼ਾਂ ਨੂੰ ਸਾਬਤ ਕਰੇ। ਹਾਕਮਾਂ ਤੋਂ ਲੈ ਕੇ ਆਮ ਲੋਕਾਂ ਤੱਕ ਤੇ ਇੱਕੋ ਜਿਹਾ ਕਾਨੂੰਨ ਲਾਗੂ ਕਰਨ ਯੋਗੀ ਹੋਵੇ ਤਾਂ ਭਰੋਸਾ ਬਣਦਾ ਹੈ। ਵਰਨਾ ਪੁਲਿਸ ਦਾ ਮਿਸਯੂਜ਼ ਸਟੇਟ ਆਪਣੇ ਵਿਰੋਧੀਆਂ ਲਈ ਹੀ ਕਰਦੀ ਹੈ। ਸਿਆਸੀ ਕੈਦੀਆਂ ਤੇ ਅਣਮਨੁੱਖੀ ਤਸ਼ੱਦਦ ਲਈ, ਲੋਕ ਭਾਵਨਾਵਾਂ ਕੁਚਲਣ ਲਈ, ਅਦਾਲਤਾਂ ਨੂੰ ਧੋਖਾ ਦੇ ਕੇ ਆਪਣੇ ਕਿਸਮ ਦਾ ਨਿਆਂ ਵੀ ਪੁਲਿਸ ਹੀ ਕਰਦੀ ਹੈ। ਜਿਨ੍ਹਾਂ ਨੇ ਭੁਗਤਿਆ ਹੈ ਉਹਨਾਂ ਨੂੰ ਪਤਾ ਹੈ ਪੁਲਿਸ ਰਾਜ ਦਾ ਵਹਿਸ਼ੀਪੁਣਾ। ਇਸੇ ਕਰਕੇ ਇੰਡੀਆ ਦੀ ਪੁਲਿਸ ਅੱਜ ਤੱਕ ਲੋਕਾਂ ਦਾ ਭਰੋਸਾ ਹਾਸਲ ਨਹੀਂ ਕਰ ਸਕੀ। ਇੰਟੈਰੋਗੇਸ਼ਨ ਸੈਂਟਰਾਂ ਵਿੱਚ ਲੋਕਾਂ ਤੇ ਤਸ਼ੱਦਦ, ਇਨਕਾਊਂਟਰ ਰਾਹੀਂ ਲੋਕਾਂ ਦਾ ਕਤਲੇਆਮ, ਸਰੀਰਕ ਅਤੇ ਮਾਨਸਿਕ ਜੈਨੋਸਾਈਡ, ਇਸ ਸਭ ਨੇ ਸਟੇਟ ਅਤੇ ਪੁਲਿਸ ਤੇ ਭਰੋਸਾ ਗਵਾਇਆ ਹੈ। ਜੋ ਲੋਕ ਇਹ ਸਭ ਭੁਗਤਦੇ ਹਨ, ਸਿੱਧੇ ਤੌਰ ਤੇ ਸ਼ਿਕਾਰ ਹੁੰਦੇ ਹਨ, ਉਹ ਧਰੁਵ ਰਾਠੀ ਦੇ ਬੇਤੁਕੇ ਤਰਕ ਨੂੰ ਮੰਨਣ ਜਾਂ ਜ਼ਮੀਨੀ ਹਕੀਕਤ। ਲੱਗਦਾ ਹੈ ਧਰੁਵ ਰਾਠੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਟੀਵੀ ਚੈਨਲਾਂ ਨੂੰ ਦਿੱਤੇ ਇੰਟਰਵਿਊਜ਼ ਦੇ ਉਲਟੇ ਅਸਰ ਤੋਂ ਬਹੁਤ ਮਾਯੂਸ ਹੋਇਆ। बहुत से जर्नलिस्ट और मीडिया ऑर्गेनाइजेशंस ने अमृतपाल सिंह का इंटरव्यू लिया, सपोजिटली उसके प्रोपेगेंडा को फुस करने के लिए, लेकिन इंटरव्यू का असर कहीं ना कहीं उल्टा ही पड़ा। इंडिया टीवी के द्वारा लिए गए इंटरव्यू के नीचे कमेंट्स देखिए क्या है। टोटली डिफरेंट देन व्हाट आई थॉट। ही इज रियली इंटेलेक्चुअल। फाइनली सम ग्रेट डिस्कशंस ऑन सेंसिटिव टॉपिक्स। लॉन्ग लिव अमृतपाल सिंह जी। कुछ लोग कहते हैं कि पंजाब सॉवरन होना चाहिए। I am not frightened of Amritpal Singh, rather I like his thoughts and he is an admirable person. My respect for him has gone up. Being Hindu, I am saying this. ਜਿਸ ਦੇ ਲਈ ਸਿੱਖ ਸਿਧਾਂਤਾਂ ਦੀ ਗਲਤ ਵਿਆਖਿਆ ਤੋਂ ਵੀ ਉਸਨੇ ਸੰਕੋਚ ਨਹੀਂ ਕੀਤਾ। ਧਰੁਵ ਰਾਠੀ ਵਿਚਾਰਾ ਤੱਕ ਕੀ ਚੀਜ਼ ਹੈ। ਜਾਦੂਨਾਥ ਸਰਕਾਰ ਵਰਗਾ ਇਤਿਹਾਸਕਾਰ ਵੀ ਸਿੱਖ ਸਿਧਾਂਤਾਂ ਦੀਆਂ ਇਹਨਾਂ ਬਰੀਕੀਆਂ ਨੂੰ ਨਹੀਂ ਸੀ ਸਮਝ ਸਕਿਆ। ਉਸਨੇ ਵੀ ਲਿਖ ਦਿੱਤਾ ਸੀ ਕਿ ਗੁਰੂ ਨਾਨਕ ਦਾ ਫਕੀਰੀ ਦਾ ਸੋਮਾ ਫੌਜੀ ਛਾਵਣੀਆਂ ਦੇ ਮਾਰੂਥਲ ਵਿੱਚ ਸੁੱਕ ਗਿਆ। ਖੁਦ ਧਰੁਵ ਰਾਠੀ ਮਹਾਰਾਜਾ ਰਣਜੀਤ ਸਿੰਘ ਦੇ ਜਿਸ ਰਾਜ ਪ੍ਰਬੰਧ ਦੀ ਤਾਰੀਫ ਕਰਦਾ ਹੈ ਉਸਨੂੰ ਉਹ ਸੈਕੂਲਰ ਰਾਜ ਮੰਨਦਾ ਹੈ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੈਕੂਲਰ ਕਰੈਕਟਰ ਵੀ ਸਿੱਖੀ ਨਾਲ ਜੁੜੇ ਹੋਣ ਕਰਕੇ ਹੀ ਸੀ। ਉਸ ਦਾ ਰਾਜ ਵੀ ਸਰਕਾਰੇ ਖਾਲਸਾ, ਗੌਰ ਕਰੋ, ਸਰਕਾਰੇ ਖਾਲਸਾ ਕਹਿਲਾਂਦਾ ਸੀ। ਹੈਰਾਨੀ ਹੈ ਖਾਲਿਸਤਾਨ ਨੂੰ ਰਿਲੀਜੀਅਸ ਨੇਸ਼ਨ ਕਹਿ ਕੇ ਭੰਡਣ ਵਾਲੇ ਸਰਕਾਰੇ ਖਾਲਸਾ ਦੀ ਇਨਕਲੂਸਿਵਨੈਸ ਦੀ ਤਾਰੀਫ ਕਰਦੇ नहीं थकते। अमृतपाल राजा रंजीत सिंह और उनके अंडर सिख एम्पायर को एज ए टेम्पलेट इस्तेमाल करता है अपने खालिस्तानी प्रोपेगेंडा के लिए। कहता है कि सिख एम्पायर को दोबारा से रिक्लेम करने का समय आ चुका है। इस बात में कोई लॉजिक है क्या? अगर एक समय पर सिख एम्पायर एग्जिस्ट करता था तो क्या इसका मतलब दोबारा से एग्जिस्ट करना चाहिए? इस लॉजिक से तो एक समय पर एक गुर्जर प्रतिहर डायनेस्टी भी एग्जिस्ट करती थी, तो क्या गुर्जर्स को इकट्ठे होकर एक नया देश बना लेना चाहिए? एक समय पर राजा सूरजमल के अंडर जाट स्टेट ऑफ भरतपुर भी एग्जिस्ट करती थी, तो क्या जाटों को इकट्ठे होकर एक नया देश बना लेना चाहिए? सम्राट अशोक बुद्धिज्म में विश्वास करते थे, तो क्या बुद्धिस्ट को खड़े होकर एक बुद्धिस्ट कंट्री की डिमांड करनी चाहिए? ज्यादा जरूरी पॉइंट यह है कि सिख एम्पायर वैसा नहीं था जैसा अमृतपाल सिंह लोगों को यकीन दिलाना चाहता है। साल 1801 में रंजीत सिंह ने 12 सिख कॉन्फेडरेसीज को एक सिंगल एम्पायर में कंसोलिडेट किया और वो बने महाराजा रंजीत सिंह। साल 1839 तक उन्होंने रूल किया और ये बड़े ही बहादुर राजा थे। हमारे पास इसका बहुत सारा हिस्टोरिकल एविडेंस है ये दिखाने के लिए कि ये एक सेक्युलर राजा भी थे। अलग अलग धर्मों के लोग खुशी से सिख एम्पायर के अंडर रहते थे। यकीन नहीं करोगे, इस सिख एम्पायर
एम्पायर में सिखों की पॉपुलेशन सिर्फ 9% थी और इनके जनरल्स सिर्फ सिख लोग नहीं थे, इनके हिंदू जनरल्स भी थे, दीवान चंद, मोखाम चंद नायर जैसे, और मुस्लिम जनरल्स भी थे, इलाही बख्श, मियां घौस खान जैसे। कुछ नेपालीज गोरखा जनरल भी थे, बाल बहादुर कुंवर, और यूरोपियन जनरल भी थे, जॉन फ्रांसॉय एलार्ड जैसे। रणजीत सिंह के एम्पायर में चाहे पुलिस हो, जुडिशरी हो, कोई सरकारी मिनिस्ट्री हो, हमेशा मेरिट के बेसिस पर अपॉइंटमेंट करी जाती थी, किसी का धर्म या सोशल ग्रुप देखकर नहीं। इन्होंने हरमिंदर साहिब की गोल्ड प्लेटिंग के लिए सोना दिया, लेकिन साथ ही साथ काशी विश्वनाथ मंदिर के लिए भी सोना दान किया। इसके अलावा इन्होंने लाहौर में 2 मस्जिद बनवाए और जो कानून होते थे वो सारे धर्मों को एक बराबर से देखते थे। साल 1839 में जब ज्यूज पर अत्याचार हुआ ईरान में, तो कई ज्यू रेफ्यूजीज अपना देश छोड़कर सिख एम्पायर में आए और यहाँ पर उन्हें राइट्स दिए गए सेटल करने के। कई ज्यूश कम्युनिटीज इस कारण से रावलपिंडी और पेशावर में मिलेंगी। तो मोटे मोटे तौर पर देखा जाए तो सिख एम्पायर जो था वो सिखी की प्रिंसिपल्स को ओबे करता था, इगैलिटेरियनिज्म और सिंक्रेटिज्म, और यही सेम वैल्यूज हमें इंडियन कॉन्स्टिट्यूशन के प्रीएम्बल में भी मिलेंगी, लिबर्टी, इक्वालिटी, फ्रेटर्निटी और जस्टिस। ये सब सुनकर एक सवाल आपके मन में आएगा दोस्तों, तो इस सब में खालिस्तान कहां फिट बैठता है? इंटरेस्टिंगली खालिस्तान मूवमेंट का ना तो सिख गुरुओं से ना ही महाराजा रणजीत सिंह से कुछ भी लेना देना है। ਦਰਸ਼ਕਾਂ ਨੂੰ ਪਤਾ ਹੀ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦੇ ਸਿੱਖ ਹੁਕਮਰਾਨਾਂ ਨੇ ਵੀ ਸਿੱਖ ਚਰਿੱਤਰ ਨੂੰ ਨਹੀਂ ਸੀ ਤਿਆਗਿਆ। ਉਹਨਾਂ ਹਮੇਸ਼ਾ ਹੀ ਨਿਰਵੈਰ ਭਾਵ ਵਾਲਾ, ਬਰਾਬਰਤਾਈ ਵਾਲਾ, ਨਿਆਂ ਸੰਗਤ ਰਾਜ ਪ੍ਰਬੰਧ ਦਿੱਤਾ। ਬੰਦਾ ਸਿੰਘ ਬਹਾਦਰ ਦਾ 7 ਸਾਲ ਦਾ ਸਿੱਖ ਰਾਜ ਵੀ ਸਾਡੇ ਸਾਹਮਣੇ ਹੈ। ਅਬਦਾਲੀ ਦੇ ਹਮਲਿਆਂ ਦੌਰਾਨ ਵੀ ਜੰਗਲਾਂ ਵਿੱਚ ਲੁਕੇ ਹੋਏ ਸਿੰਘਾਂ ਨੇ ਹੌਲੇ-ਹੌਲੇ ਇੰਡਸ ਤੋਂ ਜਮਨਾ ਤੱਕ, ਜਿਸ ਵਿੱਚ ਹਿਮਾਲय ਦੀ ਤਲਹਟੀ, 5 ਦਰਿਆਵਾਂ ਵਾਲਾ ਸਾਰਾ ਪੰਜਾਬ ਤੋਂ ਲੈ ਕੇ ਮੁਲਤਾਨ ਤੱਕ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਵੀ ਸਿੱਖਾਂ ਦਾ ਆਮ ਲੋਕਾਂ ਨਾਲ ਵਿਵਹਾਰ ਇੰਨਾ ਵਧੀਆ ਸੀ ਕਿ 1766 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਦ 8ਵਾਂ ਹਮਲਾ ਕੀਤਾ ਤਾਂ ਸਿੱਖ ਤਾਂ ਗੁਰਿੱਲਾ ਨੀਤੀ ਦੇ ਤਹਿਤ ਜੰਗਲਾਂ ਵਿੱਚ ਵਾਪਸ ਜਾ ਵੜੇ ਸਨ, ਪਰ ਲਾਹੌਰ ਦੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਅਬਦਾਲੀ ਨੂੰ ਅਪੀਲ ਕੀਤੀ ਸੀ ਕਿ ਸਿੱਖਾਂ ਦਾ ਉਹਨਾਂ ਨਾਲ ਵਿਵਹਾਰ ਇੰਨਾ ਵਧੀਆ ਹੈ, ਉਹ ਸਭ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹਨ, ਉਹਨਾਂ ਦੇ ਵਿੱਚ ਕੋਈ ਵੈਰ ਭਾਵ ਨਹੀਂ ਹੈ, ਇਸ ਲਈ ਲਾਹੌਰ ਸਿੱਖਾਂ ਦੇ ਪਾਸ ਹੀ ਰਹਿਣ ਦਿਓ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਸਿੱਖਾਂ ਨੂੰ ਕੁੱਤਾ ਕਹਿਣ ਵਾਲੇ ਅਬਦਾਲੀ ਦੇ ਲੇਖਕ ਕਾਜ਼ੀ ਨੂਰ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਵਿੱਚ ਲਿਖੀ ਹੈ। ਇਸ ਤਰ੍ਹਾਂ ਸਿੱਖ ਰਾਜ ਹਰ ਦੌਰ ਵਿੱਚ ਸੈਕੂਲਰ ਅਤੇ ਇਨਕਲੂਸਿਵਨੈਸ ਵਾਲਾ ਹੀ ਰਿਹਾ ਹੈ। ਉਹ ਵੀ ਸਿਰਫ ਆਪਣੇ ਸਿੱਖ ਚਰਿੱਤਰ ਕਰਕੇ ਹੀ। ਕਿਸੇ ਵੀ ਤਰ੍ਹਾਂ ਦਾ ਭੇਦਭਾਵ ਸਿੱਖੀ ਦੇ ਉਲਟ ਹੈ ਅਤੇ ਸਿੱਖ ਵੀ ਉਸ ਨੂੰ ਸਵੀਕਾਰ ਨਹੀਂ ਕਰਦੇ। ਦਰਅਸਲ ਸਿੱਖ ਧਰਮ ਹੋਰ ਧਰਮਾਂ ਨਾਲੋਂ ਵੱਖਰਾ ਹੈ। ਇਹ ਆਧਿਆਤਮਿਕ ਪ੍ਰਾਪਤੀਆਂ ਨੂੰ ਨਿਜ ਦੀ ਮੁਕਤੀ ਤੱਕ ਸੀਮਿਤ ਨਹੀਂ ਰੱਖਦਾ, ਬਲਕਿ ਨਿਜ ਦੀਆਂ ਪ੍ਰਾਪਤੀਆਂ ਨੂੰ, ਭਾਵੇਂ ਉਹ ਆਧਿਆਤਮਿਕ ਖੇਤਰ ਦੀਆਂ ਹਨ ਤੇ ਭਾਵੇਂ ਸੰਸਾਰਕ, ਇਹਨਾਂ ਨੂੰ ਸਮੁੱਚੀ ਲੁਕਾਈ ਲਈ ਵਰਤਦਾ ਹੈ। ਸਿੱਖਾਂ ਲਈ ਸੰਸਾਰ ਦੀ ਸਾਰੀ ਹੀ ਸੰਪਦਾ ਇੱਕ ਸਾਂਝੀ ਦੇਗ ਹੈ, ਜਿਸ ਤੇ ਸਾਰੀ ਲੁਕਾਈ ਦਾ ਬਰਾਬਰ ਦਾ ਹੱਕ ਹੈ। ਸਿਰਫ ਮਨੁੱਖ ਹੀ ਨਹੀਂ, ਸਾਰੇ ਜੀਵ ਜੰਤੂ, ਸਾਰੀ ਬਨਸਪਤੀ। ਉਹ ਇਸ ਸਾਂਝੀ ਅਮਾਨਤ ਵਿੱਚ ਖਿਆਨਤ ਨੂੰ ਅਧਰਮ ਮੰਨਦਾ ਹੈ, ਕਿਸੇ ਤਰ੍ਹਾਂ ਨਾਲ ਕੋਈ ਵਿਤਕਰਾ ਨਹੀਂ ਕਰਦਾ। ਇਸੇ ਲਈ ਉਹ ਮਿਲ ਵੰਡ ਕੇ ਛਕਦਾ ਹੈ। ਸਰਬ ਸਾਂਝੀਵਾਲਤਾ, ਭਾਈਵਾਲਤਾ, ਬਰਾਬਰਤਾਈ ਅਤੇ ਨਿਰਵੈਰਤਾ ਸਿੱਖਾਂ ਦੀ ਚੇਤਨਾ ਅਤੇ ਸੁਭਾਅ ਦਾ ਹਿੱਸਾ ਹਨ। ਪੱਤਰਕਾਰ ਰਵੀਸ਼ ਕੁਮਾਰ ਨੂੰ ਵੀ ਸਿੱਖਾਂ ਦੇ ਇਸੇ ਵਿਵਹਾਰ ਨੇ ਪ੍ਰਭਾवित ਕੀਤਾ ਹੈ। सिख धर्म ने सिखों को एक चरित्र दिया है, कैरेक्टर दिया है। आप हो जाएं कुछ भी, गुरुद्वारे में जाकर लंगर के बाहर जूते साफ करने पड़ेंगे। वो अपनी मर्सिडीज से उतरकर जूते साफ करते हैं। वो जाते हैं, खालसा इंटरनेशनल बनाकर टर्की में और सीरिया में मदद करने चले गए हैं। ਇੱਥੇ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ ਜ਼ਰੂਰੀ ਸਮਝਦਾ ਹਾਂ, ਜਿਸ ਦਾ ਜ਼ਿਕਰ ਡਾਕਟਰ ਗੰਡਾ ਸਿੰਘ ਨੇ ਆਪਣੀ ਪੁਸਤਕ ਦ ਬਰੀਫ ਅਕਾਊਂਟ ਆਫ ਸਿੱਖ ਵਿੱਚ ਵੀ ਕੀਤਾ ਹੈ। ਘਟਨਾ 1634 ਦੀ ਸ਼੍ਰੀਨਗਰ ਦੀ ਹੈ। ਇੱਕ ਮਰਾਠਾ ਸੰਤ ਸਮਰਥ ਰਾਮਦਾਸ ਜੀ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਏ। ਅੱਗਿਓਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ, 2 ਤਲਵਾਰਾਂ ਪਹਿਨੀਆਂ ਹੋਈਆਂ, ਸ਼ਿਕਾਰ ਖੇਡ ਕੇ ਆਏ ਸੀ। ਇਹ ਸਭ ਦੇਖ ਕੇ ਸੰਤ ਸਮਰਥ ਰਾਮਦਾਸ ਤੋਂ ਰਿਹਾ ਨਾ ਗਿਆ। ਉਸਨੇ ਹੈਰਾਨ ਹੋ ਕੇ ਪੁੱਛ ਹੀ ਲਿਆ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਕਿਵੇਂ ਬਣ ਗਏ? ਗੁਰੂ ਨਾਨਕ ਨੇ ਤਾਂ ਦੁਨੀਆ ਤਿਆਗ ਦਿੱਤੀ ਸੀ, ਤੁਸੀਂ ਖੁਦ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਕਹਿੰਦੇ ਹੋ। ਇਸ ਦਾ ਜੋ ਜਵਾਬ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਉਹ ਗੌਰ ਕਰਨ ਵਾਲਾ ਹੈ। ਗੁਰੂ ਜੀ ਦਾ ਜਵਾਬ ਸੀ, ਬਾਤਨ ਫਕੀਰੀ ਜ਼ਾਹਰ ਅਮੀਰੀ, ਅੰਦਰੋਂ ਸੰਤ ਤੇ ਬਾਹਰੋਂ ਬਾਦਸ਼ਾਹ, ਮਕਸਦ ਹੈ ਮਜ਼ਲੂਮ ਕੀ ਰੱਖਿਆ, ਜਰਵਾਣੇ ਕੀ ਭਖਿਆ। ਗਰੀਬ ਮਜ਼ਲੂਮ ਦੀ ਰੱਖਿਆ ਅਤੇ ਅਤਿਆਚਾਰੀ ਦਾ ਵਿਰੋਧ। और संत जी, गुरु नानक ने संसार नहीं त्यागया था, माया त्यागी थी। यह है मीरी पीरी का सिद्धांत। ਇਹ ਦੋਵੇਂ ਲਫ਼ਜ਼ ਮੀਰੀ ਅਤੇ ਪੀਰੀ ਫਾਰਸੀ ਜ਼ੁਬਾਨ ਦੇ ਹਨ। ਦੋਨਾਂ ਦਾ ਇੱਕ ਹੀ ਮਤਲਬ ਹੈ ਬਾਦਸ਼ਾਹੀ। ਮੀਰੀ ਹੈ ਸੰਸਾਰਿਕ ਬਾਦਸ਼ਾਹੀ, ਪੀਰੀ ਹੈ ਆਧਿਆਤਮਕ ਬਾਦਸ਼ਾਹੀ। ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਮਨੁੱਖ ਨੇ ਸੱਚ ਤੇ ਕਾਇਮ ਰਹਿਣਾ ਹੈ ਅਤੇ ਸੱਚ ਤੇ ਹੀ ਪਹਿਰਾ ਦੇਣਾ ਹੈ। ਉਸ ਦਾ ਆਧਿਆਤਮਕ ਉਦੇਸ਼ ਸੱਚ ਦੀ ਪ੍ਰਾਪਤੀ ਹੈ ਅਤੇ ਸੰਸਾਰਕ ਉਦੇਸ਼ ਸੱਚ ਦੀ ਸੱਤਾ ਕਾਇਮ ਕਰਨੀ। ਅਜਿਹਾ ਰਾਜ ਭਾਗ ਕਾਇਮ ਕਰਨਾ ਜਿਸ ਦੇ ਕਿਲੇ ਦੀ ਨੀਂਹ ਵੀ ਸੱਚ ਤੇ ਆਧਾਰਿਤ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ। ਸਾਧੂ ਸੰਤਾਂ ਦਾ ਮਾਨ ਸਨਮਾਨ ਅਤੇ ਦੁਸ਼ਟਾਂ ਨੂੰ ਸਜ਼ਾ ਦੇਣਾ ਇਹ ਮੇਰੀ ਕੋਤਵਾਲੀ ਹੈ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। यही है धर्म, यही है सिख राज का संकल्प कि बिना राज कायम किए तुसी कोतवाली कायम कर सकते हो, कि तुसी दुष्टां नूं सज़ा दे सकते हो, कि तुसी जस्टिस, रिलीजीअस फ्रीडम अते इनोसेंस नूं डिफेंड कर सकते हो, कि हकूमत के जुल्म के खिलाफ लोगों नूं सिर्फ शहीद होने लई खड़ा करते रहोगे, प्राप्ति कोई नहीं, कि यह सियाणप है। इसलिए गुरबाणी राज स्थापना लई बार बार प्रेरदी है कि जिसका राज तिसे का सपना, जिस ही की सरकार तिस ही का सब कोय। गुरु गोबिंद सिंह जी के ये बचन, राज बिना नहीं धर्म चले हैं, धर्म बिना सब दले मले हैं, ये सब की कहते हैं कि हले भी यही कहोगे कि एक उदाहरण दिखा दो जिथे गुरु साहब ने राज स्थापना ਲਈ ਕਿਹਾ ਹੋਵੇ। गुरु नानक फलसफे विच राज व्यवस्था बारे, राज फर्जां बारे जिन्ना कुछ मिलता है किसी होर धर्म विच नहीं। गुरबाणी विच दर्ज बेगमपुरा अते हलेमी राज का संकल्प सिख राज का ही तो संकल्प है। बाज ही नहीं ताज लैके भी रहांगे दा जहांगीर नूं चैलेंज सिख राज की स्थापति लई कदम ही तो सी। गुरु जी वल्लों बंदा सिंह बहादुर नूं पंजाब सिख राज कायम करन लई ही तां भेजिया गया सी। इस तरह यह कहना कि सिख गुरुआं ने खुद राज प्राप्ति लई कोई जंग नहीं लड़ी अधूरा सच है। पूरा सच ये है कि सिख गुरुआं ने सिखां नूं राज की प्राप्ति लई प्रेरिया अते तैयार किया। इन गरीब सिखन को दें पातशाही, यह याद करे हमरी गुरियाई। पातशाही दावे का आशीर्वाद है। राज करेगा खालसा बोला भी दसम पिता का ही बख्शिया होया है। इसलिए सिख राज की गल करनी सिੱਖੀ सिद्धांतां दे बिल्कुल खिलाफ नहीं। इस दे बावजूद भी जे सिख राज का संकल्प एक स्टूपिड ਜਾਂ टॉक्सिक आइडिया है तो सब तो पहला दुनिया के सारे धर्म के नाँ ते बने हुए देशों की मान्यता रद्द कराओ। उन्हां नाल कोई संबंध लेन देन भी बंद कर दो। जे ये सब संभव नहीं तो सिख राज तो इन्नी नफरत क्यों। नाल ही यह भी कि नैरो माइंडेड नैशनलिस्ट सिख बनने नालों बेहतर है कि सिख नैशनलिस्ट बन के सभ्य सांझीवाल सदायन का आज़ाद विश्व शहरी होकर विचरिया जाए। इसे नाल दिओ इजाजत। वीडियो देखण सुनन लई आप सब का धन्यवाद। खुश रहो, आबाद रहो। जे तुहानू मेरा ये उपराला चंगा लगता है तो इस चैनल को सबसक्राइब जरूर करो, वध तो वध लाइक और शेयर भी करो। इत्थे दिते थैंक्स दे ऑप्शन ਨੂੰ दबा के तुसी गुरमत पत्रकारी की मदद भी कर सकते हो। धन्यवाद सहित पाओ गुरु ਵੱਲੋਂ बख्शी हुई फतेह की सांझ। वाहेगुरु जी का खालसा, वाहेगुरु जी की फतेह। नानक आखे सच सुनाई सी, सच की